ਕਿਸਾਨਾਂ ਦੀ ਪੀੜ ਜਿਹੜੀ ਹੈਗੀ ਆ ਉਹ ਪੰਜਾਬ ਜਾਂ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਸੱਤ ਸਮੁੰਦਰੋਂ ਪਾਰ ਵੀ ਲੋਕਾਂ ਵੱਲੋਂ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ। ਐਵੇਂ ਹੀ ਸਾਡੇ ਨਾਲ ਇੱਕ ਕੈਨੇਡਾ ਦਾ ਪਰਿਵਾਰ ਮੌਜੂਦ ਆ, ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਤੇ ਮੈਮ ਤੁਸੀਂ ਦੱਸੋ ਕਿ ਤੁਸੀਂ ਇੱਥੇ ਆਏ ਹੋ ਹਨਾ, ਤੁਹਾਡਾ ਜਿਹੜਾ ਹੈਗਾ ਇਸ ਕਿਸਾਨ ਸੰਘਰਸ਼ ਦੇ ਪ੍ਰਤੀ ਕੀ ਕਹਿਣਾ ਆ? ਸਾਡਾ ਲਾਈਕ ਕਿਸਾਨਾਂ ਨਾਲ ਬਹੁਤ ਜ਼ਿਆਦਾ ਹੀ ਗਲਤ ਬਿਹੇਵ ਕਰਦੇ ਪਏ ਆ। ਇਹਨਾਂ ਨੂੰ ਇਨਸਾਨ ਨਹੀਂ ਮੰਨਿਆ ਜਾ ਰਿਹਾ। ਹਿਊਮਨ ਰਾਈਟਸ ਜਿਹੜੀਆਂ ਹੁੰਦੀਆਂ ਉਹ ਸਾਰੀਆਂ ਖੋਲੀਆਂ ਕਿਸਾਨਾਂ ਤੋਂ। ਤੇ ਹੁਣ 2 ਮਹੀਨਿਆਂ ਤੋਂ ਟ੍ਰੇਨਾਂ ਤੇ ਬੈਠੇ ਧਰਨੇ ਦੇ ਰਹੇ, ਅਸੀਂ ਦੇਖ ਰਹੇ ਸੀ। ਪੂਰੇ ਇੰਡੀਆ ਦੀ ਨਿਊਜ਼ ਨਹੀਂ, ਹੁਣ ਵਰਲਡ 'ਚ ਫੈਲ ਚੁੱਕੀ ਹੈ। ਤੇ ਬਾਹਰ ਬੈਠੇ ਜਿੰਨੇ ਇੰਡੀਆ ਨੂੰ ਬਿਲੋਂਗ ਕਰਦੇ ਆ, ਚਾਹੇ ਉਹ ਪੰਜਾਬ, ਮਹਾਰਾਸ਼ਟਰ, ਯੂਪੀ, ਕਰਨਾਟਕ ਆ, ਸਾਰੇ NRI ਇਕੱਠੇ ਆ ਰਹੇ ਪਲੇਟਫਾਰਮ ਤੇ ਵੀ ਕਿਸਾਨਾਂ ਦੀ ਸੁਣੀ ਜਾਵੇ। ਪਤਾ ਨਹੀਂ ਮੋਦੀ ਸਰਕਾਰ ਦੇ ਦਿਮਾਗ ਵਿੱਚ ਕੀ ਹੋਇਆ ਆ। ਜਿਹੜੀਆਂ ਬਾਹਰਲੀਆਂ ਗਵਰਨਮੈਂਟਾਂ ਉਹ ਕਹਿੰਦੀਆਂ ਕਿਸਾਨਾਂ ਨੂੰ ਲਿਸਨ ਕਰੋ, ਉਹਨਾਂ ਦੇ ਜੋ ਵੀ ਮੁੱਦੇ ਆ ਉਹਨਾਂ ਨੂੰ ਸੋਲਵ ਕਰੋ, ਆਹ ਕਾਨੂੰਨ ਵਾਪਸ ਲੈਣ। ਇੱਦਾਂ ਦੇ ਕਾਨੂੰਨ ਵਰਲਡ 'ਚ ਕਿਸੇ ਹੋਰ ਕੰਟਰੀ 'ਚ ਨਹੀਂ ਜੋ ਇੰਡੀਆ 'ਚ ਇਹਨਾਂ ਨੇ ਚਲਾ ਦਿੱਤੇ ਆ। ਤੇ ਆਹ ਕਿਸਾਨਾਂ ਨੂੰ ਬਸ ਧੱਕੇਸ਼ਾਹੀ ਹੋ ਰਹੀ ਆ। ਵਿਚਾਰੇ ਹੁਣ ਦਿੱਲੀ ਆਇਆਂ ਨੂੰ 4-5 ਦਿਨ ਹੋ ਗਏ ਆ, ਕੋਈ ਹੈਲਪ ਨਹੀਂ, ਕੋਈ ਤਿਆਰ ਨਹੀਂ ਵੀ ਬਹਿ ਕੇ ਗੱਲ ਕਰ ਲਈਏ। ਜੇ ਕਹਿ ਰਹੇ ਵੀ ਆਹ ਕਾਨੂੰਨ ਆ ਕਲੀਅਰ ਕਰੋ, ਕੁਝ ਕਲੈਰਿਟੀ ਕਰਨ ਨੂੰ ਹੈ ਨਹੀਂਗਾ। ਹੁਣ ਸਾਰਾ ਯੂਥ ਵੀ ਪੜ੍ਹਿਆ ਲਿਖਿਆ ਆ। ਸਾਡੇ ਬਾਪੂ ਹੁਣੀ ਚੱਲ ਨਹੀਂ ਇੰਨੇ ਪੜ੍ਹੇ ਲਿਖੇ ਜਾਂ ਨਹੀਂ ਉਹਨਾਂ ਨੂੰ ਪਤਾ, ਯੂਥ ਤਾਂ ਪੜ੍ਹਿਆ। ਕੋਈ ਇੰਨਾ ਵਿਹਲਾ ਹੈ ਨਹੀਂ ਕਿ ਜਿਹੜਾ ਟਾਈਮ ਕੱਢ ਕੇ ਇੱਥੇ ਆਵੇ। ਸਾਰਿਆਂ ਨੂੰ ਘਰਾਂ 'ਚ ਕੰਮ ਹੈ, ਪਰ ਪਤਾ ਨਹੀਂ ਮੋਦੀ ਸਰਕਾਰ ਦੇ ਦਿਮਾਗ ਵਿੱਚ ਕੀ ਆ ਜਿਹੜਾ ਇੱਕ ਵਾਰੀ ਬਹਿ ਕੇ ਗੱਲ ਨਹੀਂ ਕਰ ਸਕਦੇ ਟੇਬਲ ਤੇ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਏ? ਮੈਨੂੰ ਥੋੜਾ ਟਾਈਮ ਹੋਇਆ, ਸਿਰਫ ਆ ਜੋ ਨਿਊਜ਼ਾਂ ਵਿੱਚ ਦੇਖ ਕੇ ਤੇ ਸਾਰੇ ਆ ਰਹੇ। ਹੁਣ ਜਦ ਕੀ ਆ ਕੋਵਿਡ ਕਰਕੇ ਉਧਰੋਂ ਅੰਬੈਸੀਆਂ ਵੀਜ਼ੇ ਨਹੀਂ ਦੇ ਰਹੇ, ਏਵੀਏਸ਼ਨ 'ਚ ਪ੍ਰੋਬਲਮ ਹੈ, ਤਾਂ ਉਹਦਾ ਕਰਕੇ ਸਾਰੇ ਜਾਣੇ ਆਉਣ। ਜਿਹੜੇ ਨਹੀਂ ਆ ਸਕਦੇ ਉਹ ਹਰ ਤਰ੍ਹਾਂ ਦੀ ਸਪੋਰਟ ਭੇਜ ਰਹੇ ਆ ਕਿਸਾਨਾਂ ਲਈ। ਇੱਥੇ ਬਹੁਤ ਸਾਰੇ ਲੋਕਾਂ ਨੇ ਜਿਹੜੀ ਹੈਗੀ ਕਿਸਾਨਾਂ ਦੀ ਹਮਾਇਤ ਕੀਤੀ ਹੈ। ਬਾਹਰ ਵੀ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤੇ ਬਾਹਰ ਦੇ ਕਿਸਾਨਾਂ ਦਾ ਤੇ ਇੱਥੋਂ ਦੇ ਕਿਸਾਨਾਂ ਦਾ ਤੁਸੀਂ ਕਿਵੇਂ ਕੰਪੈਰੀਜ਼ਨ ਕਰਦੇ ਹੋ? ਕੋਈ ਕੰਪੈਰੀਜ਼ਨ ਨਹੀਂ। ਇੱਥੇ ਵੀ ਆਹ ਜਿੰਨੀ ਸਵੇਰ ਨੂੰ ਤੜਕੇ ਤੋਂ ਉੱਠ ਕੇ ਅਸੀਂ ਦੇਖੀਦਾ 4 ਵਜੇ 3 ਵਜੇ ਤੁਰ ਪੈਂਦੇ ਖੇਤਾਂ ਨੂੰ ਕਰਦੇ ਆ ਵੀ ਬਾਹਰ ਗਵਰਨਮੈਂਟ ਕਿਸਾਨਾਂ ਦੇ ਨਾਲ ਖੜੀ ਆ, ਸੁੱਖ ਸਹੂਲਤਾਂ ਦਿੰਦੀ ਆ। ਇੱਥੇ 6 ਮਹੀਨਿਆਂ ਬਾਅਦ ਕਣਕ ਝੋਨਾ ਮੀਂਹ ਪੈ ਗਿਆ ਖਰਾਬ ਆ, ਗਵਰਨਮੈਂਟ ਕੋਈ ਸਪੋਰਟ ਨਹੀਂ ਕਰਦੀ। ਉੱਥੇ ਉਹਨਾਂ ਦੀ ਇੰਸ਼ੋਰੈਂਸ ਆ ਫਸਲ ਦੀ, ਉਹਨਾਂ ਨੂੰ ਉਹ ਹੈਲਪ ਹੁੰਦੀ ਆ। ਤੇ ਇੱਕ ਮੇਰੀ ਹੋਰ ਰਿਕੁਐਸਟ ਹੈ, ਉੱਥੇ ਟੋਰਾਂਟੋ GTA 'ਚ 3 ਦਸੰਬਰ ਨੂੰ ਗੋ ਸਟੇਸ਼ਨ ਬ੍ਰੈਮਲੀ ਤੋਂ ਇੱਕ ਪ੍ਰੋਟੈਸਟ ਚੱਲ ਰਿਹਾ ਜਿਹੜਾ ਡਾਊਨਟਾਊਨ ਟੋਰਾਂਟੋ ਜਾਊਗਾ ਕੌਂਸੂਲੇਟ। ਤੇ GTA ਟੋਰਾਂਟੋ ਏਰੀਆ ਜਿੰਨੇ ਵੀ ਕਿਸਾਨਾਂ ਦੀ ਸਪੋਰਟ ਕਰਨਾ ਚਾਹੁੰਦੇ ਆ ਉੱਥੇ ਵੱਧ ਚੜ ਕੇ ਭੱਜੋ, ਜਾਓ। ਤੇ ਜਿਹੜਾ ਥੋੜਾ ਬਹੁਤਾ ਵੀ ਅਸਰ ਹੋਵੇ ਇੰਡੀਅਨ ਗਵਰਨਮੈਂਟ ਤੇ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕੱਢਣ। 3 ਮਹੀਨੇ ਤੋਂ ਇੱਥੇ ਕਿਸਾਨ ਬੈਠੇ ਆ ਧਰਨੇ ਤੇ ਮੋਦੀ ਸਰਕਾਰ ਦੇ ਕੰਨ ਤੋਂ ਜੂ ਨਹੀਂ ਸਰਕੀ, ਲੇਕਿਨ ਹੁਣ ਦਿੱਲੀ ਵੱਲ ਕੂਚ ਕੀਤੀ ਆ। ਕੀ ਤੁਹਾਨੂੰ ਲੱਗਦਾ ਦਿੱਲੀ ਆ ਕੇ ਅਸੀਂ ਉਠਾਵਾਂਗੇ ਉਹਨਾਂ ਨੂੰ? ਹੁਣ ਤੇ ਉਹਨੂੰ ਕੀ ਕਹਿੰਦੇ, ਗੋਡੇ ਥੱਲੇ ਆਉਣਾ ਹੀ ਪੈਣਾ ਆ। ਸਿੱਧੀ ਜੀ ਗੱਲ, ਮੋਦੀ ਨੇ ਤਾਂ ਇੰਡੀਆ ਦਾ ਉਹ ਹਾਲ ਕੀਤਾ, ਸਾਰਾ ਹੀ ਗਿਰਵੀ ਰੱਖਤਾ। ਅੰਬਾਨੀ ਅਡਾਨੀਆਂ ਨੂੰ ਐਵੀਏਸ਼ਨ ਹੋਇਆ, 에ਅਰਲਾਈਨਾਂ ਹੋਈਆਂ, ਸਾਰਾ ਹੀ ਵੇਚਤਾ ਇੱਕ ਤਰ੍ਹਾਂ ਦਾ। ਇੰਨਾ ਕਰਜ਼ਾਈ ਕਰਤਾ, ਇੰਨੀ ਕਦੀ ਵੀ ਹਿਸਟਰੀ 'ਚ ਮਾੜੀ ਗਵਰਨਮੈਂਟ ਨਹੀਂ ਆਈ ਜੋ ਮੋਦੀ ਸਰਕਾਰ ਆਈ। ਮੋਦੀ ਸਰਕਾਰ ਤੋਂ ਤੰਗ ਹੋ ਕੇ ਯੂਥ ਬਾਹਰ ਜਾ ਕੇ ਕੰਮ ਕਰਨ ਨੂੰ ਮਜਬੂਰ ਹੋ ਰਿਹਾ। ਜੇ ਸਾਨੂੰ ਇੱਥੇ ਸੁੱਖ ਸਹੂਲਤਾਂ ਜੌਬਾਂ ਮਿਲਣ, ਕੋਈ ਵੀ ਬਾਹਰ ਨਾ ਜਾਵੇ। ਸੋਨੇ ਦੀ ਚਿੜੀ ਨੂੰ ਇਹਨਾਂ ਨੇ ਰੋਲ ਕੇ ਰੱਖਤਾ। ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਯੂਥ ਦੀ ਹਨਾ, ਪੰਜਾਬ ਦੇ ਯੂਥ ਬਾਰੇ ਮੈਂ ਬਹੁਤ ਹੀ ਇੱਕ ਗੱਲ ਕਹੀ ਜਾਂਦੀ ਆ ਕਿ ਬਹੁਤ ਜ਼ਿਆਦਾ ਵਿਹਲਾ ਆ, ਠੀਕ ਹੈ। ਤੇ ਇਸ ਚੀਜ਼ ਨੂੰ ਹੁਣ ਇਹਨਾਂ ਨੇ ਤੋੜ ਕੇ ਵਿਖਾਇਆ ਹੈ, ਇਸ ਵਹਿਮ ਨੂੰ ਤੋੜ ਕੇ ਵਿਖਾਇਆ। ਇਸ ਬਾਰੇ 'ਚ ਕੀ ਕਹੋਗੇ? ਯੂਥ ਨੇ ਆਪਣੇ ਜੋਸ਼ ਦੇ ਨਾਲ ਹੋਸ਼ ਵੀ ਵਰਤਿਆ ਤਾਂ ਦਿੱਲੀ ਤੱਕ ਪਹੁੰਚ ਗਏ। ਕਿੰਨੀਆਂ ਰੁਕਾਵਟਾਂ ਆਈਆਂ, ਸਾਰੀਆਂ ਨੂੰ ਕ੍ਰਾਸ ਕਰਕੇ ਅੱਜ ਅਸੀਂ ਦਿੱਲੀ ਬੈਠੇ ਹਾਂ। ਤਾਂ ਇਹਨਾਂ ਨੂੰ ਇੱਕ ਨਾ ਇੱਕ ਦਿਨ ਸਾਡੀਆਂ ਮੰਗਾਂ ਮੰਨਣੀਆਂ ਪੈਣੀਆਂ। ਅਸੀਂ ਮਨਾਏ ਬਿਨਾਂ ਵਾਪਸ ਨਹੀਂ ਜਾਣਾ। ਹੁਣ ਗੱਲ ਇਕੱਲੇ ਇੰਡੀਆ ਦੇ ਕਿਸਾਨਾਂ ਦੀ ਨਹੀਂ, ਆਲ ਓਵਰ ਵਰਲਡ ਹੋ ਚੁੱਕੀ ਹੈ ਤੇ ਇਹਨਾਂ ਨੂੰ ਮੰਨਣੀ ਪੈਣੀ। ਜੇ ਥੋੜੀ ਵੀ ਇਹਨੂੰ ਅੱਜ ਵੀ ਸ਼ਰਮ ਆਉਂਦੀ ਹੈ ਤੇ ਜਲਦੀ ਤੋਂ ਜਲਦੀ ਬਹਿ ਕੇ ਗੱਲ ਕਰੇ ਇਸ ਟਾਈਮ। ਸਾਡੀਆਂ ਮਾਵਾਂ ਦੇ ਪ੍ਰਤੀ ਜਿਹੜੀ ਹੈਗੀ ਹੈ ਬਾਲੀਵੁੱਡ ਤੋਂ ਇੱਕ ਐਕਟਰੈਸ ਹੈ ਕੰਗਨਾ ਰਣੌਤ, ਉਹਨਾਂ ਨੇ ਵੀ ਇੱਕ ਟਵੀਟ ਕਰਕੇ ਕਾਫੀ ਮੰਦਭਾਗਾ ਟਵੀਟ ਕੀਤਾ ਸੀਗਾ। ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨੂੰ ਅਸੀਂ ਕਹਿੰਦੇ ਆ ਜਿੰਨੀ ਉਹਦੀ ਬੋਲੀ ਉਹ ਪੈਸੇ ਨਾਲ ਨੱਚਦੀ ਆ, ਰਾਈਟ। ਜਿੰਨੀ ਉਹਦੀ ਬੋਲੀ 2 ਘੰਟੇ ਲਿਆ ਜਾ, ਜੇ ਨਾ ਦੇਵਾਂਗੇ ਤਾਂ ਗੱਲ ਕਰੀ, ਰਾਈਟ। ਉਹ ਸਾਡੀਆਂ ਮਾਈ ਭਾਗੋ ਵਰਗੀਆਂ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ। ਉਹ ਆਪਣੇ ਪੁੱਤਾਂ ਨਾਲ ਆਈਆਂ ਇੱਥੇ, ਹੈ ਨਾ। ਤਾਂ ਉਹਦੇ ਬਾਰੇ ਗਲਤ, ਜਿਹੜੀ ਇੱਕ ਲੇਡੀ ਦੀ ਰਿਸਪੈਕਟ ਨਹੀਂ ਕਰਦੀ, ਉਹਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ। ਜਿੱਦਾਂ ਦੀ ਉਹ ਲੈਂਗੁਏਜ ਯੂਜ਼ ਕਰਦੀ, ਉਹ ਸਾਡੇ ਮਾਪਿਆਂ ਨੇ ਸਾਨੂੰ ਨਾ ਸਿਖਾਈ ਆ, ਨਾ ਸਾਡੇ ਗੁਰੂਆਂ ਨੇ ਉੱਦਾਂ ਦੀ ਸਿਖਾਈ ਆ। ਤਾਂ ਇੱਥੋਂ ਪਤਾ ਲੱਗਦਾ ਉਹ ਕਿੱਦਾਂ ਦੇ ਕਲਚਰ ਜਾਂ ਫੈਮਿਲੀ ਨੂੰ ਬਿਲੋਂਗ ਕਰਦੀ ਆ। ਵੀ ਤੂੰ ਥੋੜੀ ਸੰਗ ਕਰ, ਉਹ ਤੇਰੀ ਮਾਂ ਦੀ ਉਮਰ ਦੀ ਆ, ਦਾਦੀ ਦੀ ਉਮਰ ਦੀ ਆ। ਤੂੰ ਬੋਲਣ ਤੋਂ ਸੋਚ ਪਹਿਲਾਂ ਕੀ ਕਹਿ ਰਹੀ ਆ। ਇਸ ਦੇ ਨਾਲ ਹੀ ਕਿਸਾਨ ਹੋਣ ਦੇ ਨਾਤੇ ਤੁਹਾਡੀ ਬੇਟੀ ਜਿਹੜੀ ਹੈਗੀ ਹੈ ਬਾਹਰੋਂ ਆਈ ਆ, ਹਨਾ ਜੀ। ਤੁਸੀਂ ਤੁਹਾਡੇ ਨਾਲ ਆ ਕੇ ਖੜੀ ਹੋਈ ਹੈ। ਤੁਸੀਂ ਕਿਹਾ ਕਿ ਤੁਹਾਡੀ ਦੂਡੀ ਬੇਟੀ ਨੇ ਵੀ ਤੁਹਾਡਾ ਪੂਰਾ ਸਹਿਯੋਗ ਦਿੱਤਾ ਹੈ ਇਸ ਗੱਲ ਦੇ ਵਿੱਚ, ਹਨਾ। ਤੇ ਤੁਸੀਂ ਇੱਥੇ ਕਦੋਂ ਆਏ ਹੋ? ਦਿੱਲੀ ਵੱਲ ਕਦੋਂ ਕੂਚ ਕੀਤਾ ਤੁਸੀਂ? ਸਾਨੂੰ ਇੱਥੇ ਜੀ 5ਵਾਂ ਰੋਜ਼ ਅੱਜ ਹੋ ਗਿਆ ਆਇਆ ਦਿੱਲੀ ਨੂੰ। ਹਾਂਜੀ। ਸਰਦਾਰ ਮੈਂ ਤੇਜਾ ਸਿੰਘ, ਪਿੰਡ ਗਾਖਲ, ਜ਼ਿਲ੍ਹਾ ਜਲੰਧਰ ਤੋਂ ਹਾਂ। ਇਹ ਬੇਟੀ ਆ ਮੇਰੀ ਸਪੈਸ਼ਲ, ਇਸੇ ਮੇਰੇ 2 ਬੇਟੀਆਂ। ਇਹ ਸਪੈਸ਼ਲੀ ਬੇਟੀ ਇਸ ਕੰਮ ਲਈ ਆਈ ਆ। ਮੈਂ ਵੀ ਉੱਥੇ ਜ਼ਰੂਰ ਜਾਣਾ ਹੈ ਦਿੱਲੀ ਆਣ ਕੇ।
ਹਾਂਜੀ ਤੇ ਜਿਹੜਾ ਮੋਦੀ ਸਰਕਾਰ ਆ ਉਹਨੇ ਤਾਂ ਇੰਨਾ ਭੱਠਾ ਬਾਲਤਾ ਪੁੱਛੋ ਨਾ। ਜਿਹੜਾ ਅਸੀਂ ਮੱਕੀ ਦਾ ਰੇਟ 1750 ਕਰਕੇ ਤੇ 760 ਨੂੰ ਅਸੀਂ ਮੱਕੀ ਵੇਚੀ ਸਾਰੀ, ਤੇ ਜਿਹੜਾ ਅਸੀਂ ਨਰਮੇ ਦਾ ਭਾਅ 5700 ਨੂੰ ਕਰਕੇ 4000 ਨੂੰ ਵੇਚਿਆ। ਦੱਸੋ ਕੀ ਕਰ ਸੋ GST ਤੇ ਲਾਤੀ, ਵੱਖਰੀ ਲਾਤੀ, ਉਹ ਵੀ ਅਸੀਂ ਟੈਕਸ ਦੇਣ ਦੇ, ਦਵਾਈਆਂ ਦਾ, ਬੀਆਂ ਦਾ, ਸਭ ਕੁਝ ਦਿੰਦੇ, ਖਾਦ ਤੇ ਵੀ ਲਾਇਆ ਹੋਇਆ ਆ। ਸਰਕਾਰੀ ਖਰੀਦ ਬੰਦ ਕਰਕੇ ਬਿਲਕੁਲ। ਉਹ ਤਾਂ ਜਿਹੜੇ ਯੂਪੀ ਦੇ 1300 ਨੂੰ ਝੋਨਾ ਵਿਕਦਾ ਉਹ ਸਾਡਾ ਵਿਕੂ ਆਣ ਕੇ, ਕਿਸੇ ਨੇ ਪੁੱਛਣਾ ਹੀ ਨਹੀਂ ਸਾਨੂੰ। ਆਹ ਮੋਦੀ ਦਾ ਹਾਲ ਆ। ਹਾਂਜੀ ਮਾਤਾ ਜੀ ਕਿਹਾ ਜਾਂਦਾ ਹੈ ਕਿ ਸਾਡੀਆਂ ਬੀਬੀਆਂ ਕੀ ਕਰ ਲੈਣਗੀਆਂ, ਪਰ ਬੀਬੀਆਂ ਵੀ ਵੱਧ ਚੜ ਕੇ ਇੱਥੇ ਪਹੁੰਚੀਆਂ ਹੋਈਆਂ ਨੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਬੀਬੀਆਂ ਵੱਧ ਚੜ ਕੇ ਤਾਂ ਕਿਉਂਕਿ ਬੀਬੀਆਂ ਘਰ ਦਾ ਸਾਰਾ ਕੰਮ ਕਰਦੀਆਂ ਸੀ ਨਾ, ਘਰ ਛੱਡਣੇ ਬਹੁਤ ਔਖੇ ਆ, ਪਰ ਹੁਣ ਬੀਬੀਆਂ ਔਖੀਆਂ ਬਹੁਤ ਹੋ ਗਈਆਂ। ਕਿਉਂਕਿ ਜੇ ਕਿਸਾਨਾਂ ਦੇ ਘਰ ਪੈਸਾ ਹੋਊਗਾ ਤਾਂ ਬੀਬੀਆਂ ਨੂੰ ਮਿਲੂਗਾ, ਤੇ ਬੀਬੀਆਂ ਕਿਤੇ ਜਾਣਗੀਆਂ। ਕਿਸਾਨਾਂ ਘਰ ਪੈਸਾ ਹੋਊਗਾ ਤਾਂ ਦੁਕਾਨਦਾਰਾਂ ਨੂੰ ਜਾਊਗਾ। ਤੇ ਇਸ ਟਾਈਮ ਤੇ ਪੱਠਾ ਬਿਠਾਤਾ ਨੇ ਕਿਸਾਨੀ ਦਾ, ਹੈਨਾ। ਜੇ ਕੋਈ ਸਰਪੰਚ ਆ, ਪੈਂਚ ਆ, ਉਹ ਜੇ ਕੋਈ ਪਿੰਡ ਦਾ ਕੰਮ ਕਰਦਾ ਨਾ, ਪੈਂਚਾਂ ਦੀ ਪਿੰਡ ਦੀ ਸਹਿਮਤੀ ਨਾਲ ਕਰਦਾ। ਇਹਨੇ ਕਿਸੇ ਸਹਿਮਤੀ ਵੀ ਨਹੀਂ ਲਈ, ਇਹਨੇ ਆਪੇ ਜੋ ਵੀ ਬਣਾ ਲਿਆ, ਕਾਲੇ ਕਾਨੂੰਨ ਬਣਾ ਲਏ। ਇਹਨੂੰ ਸਲਾਹ ਲੈਣੀ ਚਾਹੀਦੀ ਸੀ। ਇਹ ਤੁਸੀਂ ਮੈਂ ਤੁਹਾਨੂੰ ਦੱਸਣਾ ਇਹਦੇ ਬਾਰੇ। ਜਿਹੜੇ ਭੈਣ ਜੀ ਨੇ ਦੱਸਿਆ 7 ਰੁਪਏ ਕਿਲੋ ਮਤਲਬ ਹਿਸਾਬ ਤੇ ਸਾਡੀ ਜਿਹੜੀ ਮੱਕੀ ਇਹਨਾਂ ਖਰੀਦੀ ਏ। ਰਿਲਾਇੰਸ ਵਾਲਿਆਂ ਨੇ ਉਹ ਮੱਕੀ ਦਾ ਆਟਾ ਪੈਕਿੰਗ ਕਰਕੇ 150 ਰੁਪਏ ਕਿਲੋ ਵੇਚਦੀ ਪਈ ਇੱਥੇ। ਬਿਲਕੁਲ ਇੱਥੇ ਸੱਚਾਈ ਏ। ਇੱਥੇ ਜਿੰਨੇ ਵੀ ਸਾਡੀਆਂ ਭੈਣਾਂ ਬਾਹਰੋਂ ਯੂਕੇ ਤੋਂ ਆਈਆਂ ਨੇ, ਸਰਪੰਚ ਸਾਹਿਬ ਸਾਡੀਆਂ ਮਤਲਬ ਮਾਤਾ ਵਰਗੀਆਂ ਨੇ, ਜਾਂ ਜਿੰਨੇ ਸਾਡੇ ਨਿਹੰਗ ਸਿੰਘ ਫੌਜ ਜਾਂ ਹੋਰ ਜਿੰਨੇ ਵੀ ਕਿਸਾਨ ਇੱਥੇ ਆਏ ਨੇ, ਉਹਨਾਂ ਨੂੰ ਦੁੱਖ ਦਰਦ ਹੈ। ਤੇ ਜਿਹੜੇ ਇਹਨਾਂ 3 ਕਾਨੂੰਨ 2 ਬਿੱਲ ਪਾਸ ਕੀਤੇ ਨੇ, ਉਹਨਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਰੱਦ ਕਰਦੇ ਸੀ ਆਪਣੇ ਘਰਾਂ ਚੱਲ ਜਗੇ। ਇਹ ਤੋਂ ਹਿੱਲੇ ਦੀ ਨਹੀਂ ਹੈਗੀ। ਜਿੰਨੇ ਵੀ ਇਹ ਕਿਸਾਨ ਜਥੇਬੰਦੀਆਂ ਜਾਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਕਿਸਾਨ ਨੇ, ਅਸੀਂ ਡਟੇ ਹੋਏ ਆ ਰੱਦ ਕਰਵਾ ਕੇ ਕਰਵਾ ਕੇ ਜਾਵਾਂਗੇ। ਅਸੀਂ ਰੱਦ ਕਰਵਾ ਕੇ, ਜੋ ਕਾਲੇ ਕਾਨੂੰਨ ਜਿਹੜੇ ਕੀਤੇ ਨਾ, ਅਸੀਂ ਜਿੰਦੇ ਲਾ ਕੇ ਆ ਗਏ ਘਰਾਂ ਨੂੰ, ਬਸ ਠੀਕ ਠਾਕ ਆ। ਸਾਡੀ ਬੇਟੀ ਬਾਹਰ ਇੱਕ ਆ ਗਈ, ਇੱਕ ਉੱਥੇ ਤੜਫਦੀ, ਉਹਨੂੰ ਵੀਜ਼ਾ ਨਹੀਂ ਮਿਲਿਆ। ਅਸੀਂ ਇੱਥੇ ਕਾਨੂੰਨ ਜਿਹੜੇ ਰੱਦ ਕਰਵਾ ਕੇ ਜਾਵਾਂਗੇ। ਅਖਬਾਰ ਦਾ ਵੀ ਆ ਜੀ ਨਾਲ। ਇਹਨਾਂ ਕਾਲੇ ਸੋਧ ਬਿੱਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਸਾਨ ਇੱਥੇ ਵੱਧ ਚੜ ਕੇ ਪਹੁੰਚ ਰਹੇ, ਉਹਨਾਂ ਦਾ ਦੁੱਖ ਜਿਹੜਾ ਹੈਗਾ ਆ 7 ਸਮੁੰਦਰੋਂ ਪਾਰ ਵੀ ਪਹੁੰਚ ਰਿਹਾ ਹੈ, ਤੇ ਇੱਥੇ ਰਹਿ ਕੇ ਤੁਸੀਂ ਕੀ ਕਹੋਗੇ? ਕਿਉਂਕਿ ਜੋ ਭਾਰਤ ਸਰਕਾਰ ਇਸ ਵੇਲੇ ਕਰ ਰਹੀ ਆ, ਇਹ ਜਿਹੜਾ ਕਾਨੂੰਨ ਆ, ਇਹ ਕਿਸਾਨਾਂ ਨੂੰ ਤਾਂ ਇਸ ਦੇਸ਼ ਦੇ ਵਸਨੀਕ ਹੀ ਨਹੀਂ ਸਮਝ ਰਹੀ। ਜੋ ਕਾਨੂੰਨ ਇਹਨਾਂ ਨੇ ਕੀਤੇ ਆ, ਇਹ ਬਹੁਤ ਹੀ ਗਲਤ ਕੀਤੇ ਆ। ਕਿਉਂਕਿ ਜੇ ਕਿਸਾਨ ਪਹਿਲਾਂ ਤੋਂ ਹੀ ਕਹਿੰਦਾ ਕਿ ਮੇਰਾ ਜੋ ਚੱਲ ਰਿਹਾ ਮੰਡੀਕਰਨ ਉਹ ਠੀਕ ਆ ਮੇਰੇ ਲਈ, ਤੇ ਉਹਨਾਂ ਨੂੰ ਦੁਬਾਰਾ ਕਿਉਂ ਇਹੋ ਜਿਹਾ ਕਾਨੂੰਨ ਬਣਾਉਣੇ ਪਏ? ਜੇ ਇੱਕ ਬੱਚਾ ਦੁੱਧ ਪੀਂਦਾ ਆ, ਦੁੱਧ ਮੰਗਦਾ ਹੈ, ਤਾਂ ਮਾਂ ਨੂੰ ਦੁੱਧ ਦਿੰਦੀ ਹੈ, ਤੇ ਜੇ ਉਹ ਕਹਿੰਦਾ ਮੈਂ ਨਹੀਂ ਪੀਣਾ, ਧੱਕੇ ਨਾਲ ਉਹਨੂੰ ਥੋੜ੍ਹਾ ਪਿਆ ਸਕਦੇ ਆ। ਇਹ ਧੱਕੇ ਨਾਲ ਸਾਡੇ ਤੇ ਇਹ ਮੜ ਰਹੇ ਆ ਜਿਹੜੇ ਕਾਲੇ ਕਾਨੂੰਨ ਆ। ਅਸੀਂ ਇਹਦੀ ਵਿਰੋਧਤਾ ਕਰਦੇ ਆ, ਕਿਉਂਕਿ ਤੁਸੀਂ ਦੇਖਿਆ ਹੋਣਾ ਆ ਕਿ ਸਰਕਾਰ ਨੇ ਸੋਚਿਆ ਸੀ 1-2 ਦਿਨ ਕਿਸਾਨ ਬੈਠੂਗੇ, ਮਗਰ ਕਿਸੇ ਨੇ ਆਉਣਾ ਨਹੀਂ। ਤਾਂ ਅੱਜ ਦੇਖੋ ਗੱਡੀਆਂ ਦੀਆਂ ਗੱਡੀਆਂ ਭਰ ਕੇ ਮਗਰ ਆ ਰਹੀਆਂ, ਕੋਈ ਰਾਸ਼ਨ ਦਾ ਘਾਟ ਨਹੀਂ। ਜਿੱਥੋਂ ਵੀ ਕਿਸੇ ਨੂੰ ਕੋਈ ਵੀ ਜਗ੍ਹਾ ਮੈਂ ਟਰਾਲੀਆਂ ਦੇਖੀਆਂ, ਪਾਣੀ ਦੇ ਟੈਂਕਰ ਦੇਖੇ, ਉੱਤੇ ਬਾਲਣ ਰੱਖਿਆ ਹੋਇਆ, ਸਾਰਾ ਕੁਝ ਲੈ ਕੇ ਆਏ ਆ। ਜਿੰਨਾ ਚਿਰ ਇਹਨਾਂ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ, ਤੇ ਅਸੀਂ ਸਾਰੇ ਇੱਥੇ ਬੈਠੇ ਆ, ਕਿਤੇ ਨਹੀਂ ਜਾਣਾ। ਇਦਾਂ ਹੀ ਸਾਰੇ ਪਾਸਿਓਂ ਦਿੱਲੀ ਨੂੰ ਬੰਦ ਰੱਖਾਂਗੇ, ਤੇ ਆਪੇ ਹੀ ਇੱਕ ਦਿਨ ਇਹਨਾਂ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣੇ ਆ ਜੀ। ਜਿੰਦੇ ਵਿੱਚੋਂ ਦਿੱਲੀ ਦੇ ਰਾਹ ਬੰਦ ਹੋ ਗਏ, ਜਿੰਦੇ ਵਿੱਚੋਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ 4 ਰਾਹ ਬੰਦ ਕਰ ਦਿੱਤੇ ਨੇ। ਅੰਨਦਾਤਾ ਭਾਰਤੀ ਕਿਸਾਨ ਯੂਨੀਅਨ ਚੋਂ ਮੈਂ ਤੁਹਾਨੂੰ ਆਪ ਜੀ ਨੂੰ ਕਿਹਾ ਵੀ ਹਰਿਆਣੇ ਤੋਂ ਆਪਾਂ ਜੀ 1-2 ਜਿਹੜੇ ਰਾਹ ਰਹਿ ਗਏ ਨੇ, ਜੇ ਇਹਨਾਂ ਨੇ 3 ਤਰੀਕ ਨਾ ਮੰਨੇ ਤੇ ਉਹ ਵੀ ਆਪਾਂ ਬੰਦ ਕਰ ਦੇਣੇ ਨੇ। ਤੇ ਫਿਰ ਨਾ ਮੋਦੀ ਸਰਕਾਰ ਜਾਂ ਮਤਲਬ BJP ਸਰਕਾਰ ਕਹੇ ਵੀ ਇਹ ਵੇਖੋ ਜੀ ਕਿਸਾਨ ਯੂਨੀਅਨ ਕਿਸਾਨਾਂ ਨੇ ਕੀ ਕਰ ਦਿੱਤਾ ਜੀ। ਅੰਨਦਾਤਾ ਰੋਲ ਕੇ ਰੱਖ ਦਿੱਤਾ ਇਹਨੇ ਮੋਦੀ ਨੇ। ਇਸ ਦੇ ਨਾਲ ਹੀ ਅਸੀਂ ਦਿੱਲੀ ਦੇ ਵਿੱਚ ਪਹੁੰਚੇ ਹੋਏ ਹਾਂ, ਤੇ ਇੱਥੇ ਕਿਸਾਨਾਂ ਦਾ ਜੋ ਕਹਿੰਣਾ ਹੈ, ਬਾਹਰੋਂ ਆਏ ਲੋਕਾਂ ਦਾ ਜੋ ਕਹਿਣਾ ਹੈ, ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਦਰਦ ਹੈ, ਉਹਨਾਂ ਨੇ ਆਪਣਾ ਦਰਦ ਸੁਣਾਇਆ ਆ। ਇਸ ਦੇ ਨਾਲ ਹੀ PTN 24 ਦੇ ਨਾਲ ਬਣੇ ਰਹੋ। ਅਸੀਂ ਤੁਹਾਨੂੰ ਜੋੜ ਕੇ ਰੱਖਾਂਗੇ ਕਿਸਾਨਾਂ ਦੇ ਇਸ ਸੰਘਰਸ਼ ਦੇ ਨਾਲ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਧੰਨਵਾਦ।